ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਦ ਪੰਜਾਬ ਟੀਵੀ ਤੇ ਮੈਂ ਹਾਂ ਜੱਜ ਸਿੰਘ ਚਾਹਲ। 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਸ ਮੁੱਦੇ ਨੂੰ ਸਭ ਤੋਂ ਵੱਡਾ ਮੁੱਦਾ ਬਣਾ ਕੇ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਨੂੰ ਸੱਤਾ ਤੋਂ ਲਾਂਭੇ ਕੀਤਾ ਸੀ, ਹੁਣ ਉਹੀ ਮੁੱਦਾ ਕੈਪਟਨ ਸਰਕਾਰ ਤੇ ਵੀ ਭਾਰੂ ਪੈਂਦਾ ਦਿਖਾਈ ਦਿੰਦਾ ਹੈ। ਹਾਈ ਕੋਰਟ ਦੇ ਵੱਲੋਂ SIT ਨੂੰ ਅਤੇ ਉਸ ਦੀ ਰਿਪੋਰਟ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਗਿਆ। ਉਸ ਤੋਂ ਬਾਅਦ ਹੁਣ ਕੈਪਟਨ ਸਰਕਾਰ ਆਪਸ ਦੇ ਵਿੱਚ ਹੀ ਪਾਟਦੀ ਦਿਖਾਈ ਦਿੰਦੀ ਹੈ। ਕਾਂਗਰਸ ਪਾਰਟੀ ਦੇ ਆਪਣੇ ਹੀ ਨੁਮਾਇੰਦਿਆਂ ਨੇ ਕੈਪਟਨ ਅਮਰਿੰਦਰ ਸਿੰਘ ਤੇ ਵੱਡੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਨੇ, ਭਾਵੇਂ ਉਹ ਨਵਜੋਤ ਸਿੰਘ ਸਿੱਧੂ ਹੋਣ, ਭਾਵੇਂ ਉਹ ਪ੍ਰਤਾਪ ਸਿੰਘ ਬਾਜਵਾ ਹੋਣ ਅਤੇ ਹੁਣ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਵਾਰੀ ਵੀ ਆ ਗਈ ਹੈ। ਆਮ ਆਦਮੀ ਪਾਰਟੀ ਸਭ ਤੋਂ ਵੱਡਾ ਇਲਜ਼ਾਮ ਕੈਪਟਨ ਅਮਰਿੰਦਰ ਸਿੰਘ ਤੇ ਇਹ ਲਾਉਂਦੀ ਹੈ ਕਿ ਕੈਪਟਨ ਅਤੇ ਬਾਦਲ ਆਪਸ ਵਿੱਚ ਮਿਲੇ ਹੋਏ ਨੇ। ਇਸੇ ਕਰਕੇ ਹੀ ਹਾਈ ਕੋਰਟ ਦਾ ਫੈਸਲਾ ਵੀ ਇਹਨਾਂ ਦੋਨਾਂ ਪਰਿਵਾਰਾਂ ਨੇ ਆਪਸ ਵਿੱਚ ਮਿਲ ਕੇ ਕਰਵਾਇਆ ਹੈ। ਪਰ ਇਸ ਨੂੰ ਲੈ ਕੇ ਹੁਣ ਕਾਂਗਰਸ ਪਾਰਟੀ ਦੇ ਆਪਣੇ ਲੀਡਰ ਵੀ ਕੈਪਟਨ ਅਮਰਿੰਦਰ ਸਿੰਘ ਤੇ ਸ਼ੱਕ ਦੀਆਂ ਸੂਈਆਂ ਘਮਾਉਣ ਲੱਗ ਪਏ ਨੇ। ਸਭ ਤੋਂ ਪਹਿਲਾਂ ਤੁਹਾਨੂੰ ਨਵਜੋਤ ਸਿੰਘ ਸਿੱਧੂ ਦੇ ਬਾਰੇ ਦੱਸ ਦਿੰਨੇ ਆ। ਵਿਸਾਖੀ ਵਾਲੇ ਦਿਨ ਬੁਰਜ ਜਵਾਹਰ ਸਿੰਘ ਵਾਲਾ ਨਵਜੋਤ ਸਿੰਘ ਸਿੱਧੂ ਪਹੁੰਚ ਗਏ ਸਨ ਅਤੇ ਉੱਥੇ ਉਹਨਾਂ ਨੇ ਸਿੱਧੇ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨਾ ਸਾਧ ਦਿੱਤਾ ਸੀ ਅਤੇ ਕਿਹਾ ਸੀ ਕਿ ਕੈਪਟਨ ਸਰਕਾਰ ਦੇ ਵੱਲੋਂ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਬਚਾਇਆ ਜਾ ਰਿਹਾ। ਸਭ ਤੋਂ ਪਹਿਲਾਂ ਤੁਹਾਨੂੰ ਛੋਟਾ ਜਿਹਾ ਨਵਜੋਤ ਸਿੰਘ ਸਿੱਧੂ ਦਾ ਬਿਆਨ ਸੁਣਾ ਦਿੰਦੇ ਆ ਤਾਂ ਜੋ ਕਲੀਅਰ ਹੋ ਸਕੇ ਕਿ ਨਵਜੋਤ ਸਿੰਘ ਸਿੱਧੂ ਕਹਿਣਾ ਕੀ ਚਾਹੁੰਦੇ ਨੇ। ਜਿਹੜਾ ਗੁਰੂ ਦਾ ਨਾ ਹੋ ਸਕਿਆ ਉਹ ਪੰਜਾਬ ਦਾ ਕੀ ਹੋ। ਗੁਰੂ ਤੇ ਪੰਜਾਬ ਦੀ ਆਤਮਾ ਬਾਈ ਜੀ, ਸ਼ਤਰੰਜ ਦੀ ਇੱਕ ਵਿਸਾਤ ਬਚੀ, ਸ਼ਤਰੰਜ ਦੀ ਇੱਕ ਵਿਸਾਤ ਵਿਛੀ ਹੈ ਤੇ ਜਿਹੜੇ ਹੁਕਮ ਦੇਣ ਵਾਲੇ ਰਾਜਾ ਤੇ ਵਜ਼ੀਰ ਸੀ ਉਹਨਾਂ ਦੀ ਕਿਲਾਬੰਦੀ ਕੀਤੀ ਹੈ, ਉਹਨਾਂ ਨੂੰ ਮਹਿਫੂਜ਼ ਰੱਖਿਆ ਗਿਆ ਤੇ ਵਾਰ ਹੋ ਰਹੇ ਨੇ ਪਿਆਦਿਆਂ ਤੇ, ਕਟਘਰੇ 'ਚ ਖੜੇ ਕੀਤੇ ਜਾ ਰਹੇ ਨੇ ਪਿਆਦੇ। ਨਵਜੋਤ ਸਿੰਘ ਸਿੱਧੂ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਦੀ ਵਾਰੀ ਆ ਗਈ ਸੀ। ਉਹਨਾਂ ਨੇ ਸਿੱਧੇ ਤੌਰ ਤੇ ਤਾਂ ਇਹ ਨਹੀਂ ਕਿਹਾ ਕਿ ਕੈਪਟਨ ਅਤੇ ਬਾਦਲ ਆਪਸ ਵਿੱਚ ਮਿਲੇ ਹੋਏ ਨੇ, ਪਰ ਉਹਨਾਂ ਨੇ ਸਾਰਾ ਠੀਕਰਾ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਤੇ ਭੰਨ ਦਿੱਤਾ ਸੀ। ਆਪਣੇ ਅਫੀਸ਼ੀਅਲ ਫੇਸਬੁੱਕ ਪੇਜ ਤੇ ਇੱਕ ਪੋਸਟ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਪਾਈ ਗਈ, ਜਿਸ ਦੇ ਵਿੱਚ ਹੁਣ ਤੱਕ ਦੇ ਸਾਰੇ ਕੇਸ ਅਤੇ ਅਤੁਲ ਨੰਦਾ ਦੀਆਂ ਸਾਰੀਆਂ ਕਮੀਆਂ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਗਿਣਾ ਦਿੱਤੀਆਂ ਗਈਆਂ ਅਤੇ ਉਸ ਤੋਂ ਬਾਅਦ ਕੈਪਟਨ ਸਰਕਾਰ ਦੇ ਕੋਲੋਂ ਮੰਗ ਕੀਤੀ ਗਈ ਕਿ ਅਤੁਲ ਨੰਦਾ ਪੰਜਾਬ ਸਰਕਾਰ ਦੇ ਪੱਖ ਵਿੱਚ ਕੋਈ ਵੀ ਕੇਸ ਨਹੀਂ ਲਿਆ ਸਕਿਆ ਇਹ ਕੋਰਟ ਦੇ ਵਿੱਚ, ਇਸ ਕਰਕੇ ਉਸ ਨੂੰ ਅਹੁਦੇ ਤੋਂ ਫਾਰਗ ਕਰਕੇ ਕੋਈ ਨਵਾਂ ਐਡਵੋਕੇਟ ਜਨਰਲ ਲਾਇਆ ਜਾਣਾ ਚਾਹੀਦਾ ਹੈ। ਇੱਕ ਐਮਰਜੈਂਸੀ ਬੈਠਕ ਸੱਦਣੀ ਚਾਹੀਦੀ ਹੈ, ਵਿਧਾਇਕਾਂ ਦੀ ਅਤੇ MPs ਦੀ ਇੱਕ ਐਮਰਜੈਂਸੀ ਬੈਠਕ ਕੈਪਟਨ ਅਮਰਿੰਦਰ ਸਿੰਘ ਨੂੰ ਸੱਦਣੀ ਚਾਹੀਦੀ ਹੈ ਤਾਂ ਜੋ ਲੋਕਾਂ ਦਾ ਵਿਸ਼ਵਾਸ ਇੱਕ ਵਾਰ ਫਿਰ ਤੋਂ ਸਰਕਾਰ ਦੇ ਵਿੱਚ ਬਹਾਲ ਕੀਤਾ ਜਾ ਸਕੇ। ਸਿੱਧੇ ਤੌਰ ਤੇ ਪ੍ਰਤਾਪ ਸਿੰਘ ਬਾਜਵਾ ਨੇ ਕੁਝ ਵੀ ਨਹੀਂ ਕਿਹਾ, ਪਰ ਜਿਹੜਾ ਕਿਹਾ ਉਹਨਾਂ ਨੇ ਕਿ ਵਿਸ਼ਵਾਸ ਫਿਰ ਤੋਂ ਬਹਾਲ ਕੀਤਾ ਜਾ ਸਕੇ। ਇਸ ਦਾ ਮਤਲਬ ਹੈ ਪ੍ਰਤਾਪ ਸਿੰਘ ਬਾਜਵਾ ਕਹਿਣਾ ਚਾਹੁੰਦੇ ਨੇ ਕਿ ਕੈਪਟਨ ਸਰਕਾਰ ਦੇ ਵਿੱਚ ਹੁਣ ਲੋਕਾਂ ਦਾ ਯਕੀਨ, ਭਰੋਸਾ, ਇਤਬਾਰ, ਵਿਸ਼ਵਾਸ ਟੁੱਟਦਾ ਦਿਖਾਈ ਦਿੰਦਾ ਹੈ। ਹੁਣ ਇਹਨਾਂ ਦੋਨਾਂ ਵੱਡੇ ਲੀਡਰਾਂ ਤੋਂ ਬਾਅਦ ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਤਾਂ ਹੱਦਾਂ ਹੀ ਟੱਪਦੇ ਦਿਖਾਈ ਦਿੰਦੇ ਨੇ। ਉਹਨਾਂ ਨੇ ਤਾਂ ਇੱਕ ਵੀਡੀਓ ਹੀ ਆਪਣੀ ਅਫੀਸ਼ੀਅਲ ਫੇਸਬੁੱਕ ਪੇਜ ਤੇ ਜਾਰੀ ਕਰ ਦਿੱਤੀ ਹੈ ਅਤੇ ਉਹ ਕੁਝ ਸੁਣਾ ਦਿੱਤਾ ਇਹ ਕੈਪਟਨ ਅਮਰਿੰਦਰ ਸਿੰਘ ਨੂੰ, ਜਿਹੜਾ ਕਿ ਸ਼ਾਇਦ ਆਮ ਆਦਮੀ ਪਾਰਟੀ ਨੇ ਵੀ ਅਜੇ ਤੱਕ ਨਹੀਂ ਸੁਣਾਇਆ ਹੋਵੇਗਾ। ਅੱਜ ਸਾਨੂੰ ਲੋਕਾਂ ਤੋਂ ਕਿਉਂ ਸੁਣਨਾ ਪਵੇ? ਕਿਉਂ ਇਹਨਾਂ ਦੀਆਂ ਬੱਸਾਂ ਖੁੱਲ੍ਹੇਆਮ ਫਿਰਨ? ਕੋਈ ਕਿਸੇ ਦੇ ਕੋਲ ਪਰਮਿਟ ਨਹੀਂ, ਕਿਸੇ ਕੋਲ ਰੂਟ ਨਹੀਂ, ਕੋਈ ਧੱਕਿਆ ਲੋਕਾਂ ਨੇ ਉਹ ਵੀ ਬੰਦ ਕਰਕੇ ਦੇਖ ਲਈਆਂ, ਪਰ ਲੋਕ ਵਿਚਾਰੇ ਕੀ ਕਰਨ? ਲੋਕਾਂ ਦੇ ਹੱਥ ਤਾਂ ਤਾਕਤ ਨਹੀਂ ਗੀ, ਉਹ ਚੱਲੀ ਜਾਂਦੀਆਂ ਏ। ਡਰੱਗਸ ਦੇ ਕੇਸ ਦੇ ਵਿੱਚ ਇਹ ਫਸੇ ਹੋਏ ਨੇ, ਉਹ ਲੋਕ ਸਵਾਲ ਪੁੱਛਦੇ ਨੇ ਵੀ ਕਿਉਂ ਹਜੇ ਤੱਕ ਭਾਈ ਇਹ ਬਾਹਰ ਫਿਰਦੇ ਆ। ਉਹਦਾ ਜਵਾਬ ਦੇਣ ਲੱਗੇ ਕਈ ਵਾਰ ਔਖਾ ਹੋ ਜਾਂਦਾ। ਪਰ ਹੁਣ ਤਾਂ ਮਹੀਨੇ 6 ਰਹਿ ਗਏ। ਕੈਪਟਨ ਸਾਹਿਬ, ਮੈਂ ਬੇਨਤੀ ਸਰਕਾਰ ਨੂੰ ਇਹ ਕਰਦਾ, ਮੈਂ ਅੱਜ ਬੜਾ ਸੋਚ ਵਿਚਾਰ ਕੇ ਜਦੋਂ ਇੰਨੇ ਮਹੀਨੇ ਦੇ ਮਹੀਨੇ ਹਾਊਸ ਚੱਲ ਰਿਹਾ ਸੀ, ਸਾਰੇ MPਆਂ ਨਾਲ ਗੱਲਾਂ ਕੀਤੀਆਂ, ਚਾਹੇ ਸਾਰੇ ਕੁਲੀਗ ਨੇ, ਬਈ ਤੁਸੀਂ 6 ਮਹੀਨੇ ਬਾਅਦ ਪਿੰਡਾਂ 'ਚ ਕਿਵੇਂ ਜਾਵਾਂਗੇ? ਕੀ ਦੇਖੋ, ਬਿਲਕੁਲ ਕਿਸਾਨਾਂ ਦਾ ਇਸ਼ੂ ਬਹੁਤ ਵੱਡਾ ਇੱਕ ਚੱਲ ਰਿਹਾ, ਪਹਿਲਾਂ ਹੀ ਬਹੁਤ ਵੱਡੀ ਤਕਲੀਫ ਆਪਾਂ ਚੱਲ ਰਹੇ ਹਾਂ, ਉਦੋਂ ਉੱਤੇ ਆਹ ਤਕਲੀਫ ਇਹ ਲੋਕਾਂ ਨੂੰ ਚੜਾਉਂਦੇ ਨੇ ਅਕਾਲੀ ਦਲ ਵਾਲੇ। ਜਾ ਰੋਜ਼ ਲੋਕਾਂ ਦੇ ਜ਼ਖਮ ਬਲੁੰਦਰੇ ਜਾਂਦੇ ਨੇ, ਨੂਣ ਛਿੜਕਿਆ ਜਾਂਦਾ ਏ ਜਦੋਂ ਇਹ ਪਿੰਡਾਂ 'ਚ ਇਹਨਾਂ ਦੀਆਂ ਗੱਡੀਆਂ ਜਾਂਦੀਆਂ ਏ, ਇਹ ਰੈਲੀਆਂ ਕਰਦੇ ਆ, ਕਦੇ ਅਨਾਉਂਸਮੈਂਟਾਂ ਕਰਦੇ ਆ, ਡਿਪਟੀ CM ਬਣਾਵਾਂਗੇ, ਦੂਜਾ ਬਣਾਵਾਂਗੇ। ਲੋਕ ਅੱਕੇ ਪਏ ਨੇ
ਹਾਲਾਂਕਿ ਰਵਨੀਤ ਸਿੰਘ ਬਿੱਟੂ ਕਹਿੰਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਸਾਡਾ ਲੀਡਰ ਹੈ, ਇਸ ਦੇ ਵਿੱਚ ਕੋਈ ਵੀ ਦੋ ਰਾਏ ਨਹੀਂ ਹੈ ਅਤੇ ਮੈਂ ਵੀ ਚਾਹੁੰਦਾ ਹਾਂ ਕਿ 2022 ਦੇ ਵਿੱਚ ਕਾਂਗਰਸ ਪਾਰਟੀ ਉਹਨਾਂ ਦੀ ਹੀ ਅਗਵਾਈ ਦੇ ਵਿੱਚ ਵਿਧਾਨ ਸਭਾ ਚੋਣਾਂ ਲੜੇ ਅਤੇ ਮੁੱਖ ਮੰਤਰੀ ਵੀ ਅਗਲੇ ਪੰਜਾਬ ਦੇ ਉਹੀ ਹੋਣੇ ਚਾਹੀਦੇ ਨੇ। ਪਰ ਨਾਲ ਦੀ ਨਾਲ ਬਿੱਟੂ ਦਾ ਕਹਿਣਾ ਹੈ ਕਿ ਹੁਣ ਸਾਡੇ ਲਈ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣੇ ਔਖੇ ਹੋਈ ਜਾਂਦੇ ਨੇ। ਲੋਕ ਸਾਨੂੰ ਪੁੱਛਦੇ ਨੇ ਕਿ ਤੁਸੀਂ ਤਾਂ ਚੋਣਾਂ ਦੇ ਵਿੱਚ ਕਿਹਾ ਸੀ ਕਿ ਅਸੀਂ ਬਾਦਲਾਂ ਨੂੰ ਫੜ ਕੇ ਅੰਦਰ ਸੁੱਟ ਦਿਆਂਗੇ, ਇਹ ਨਸ਼ਾ ਵੇਚਦੇ ਨੇ, ਇਹ ਮਾਫੀਆ ਚਲਾਉਂਦੇ ਨੇ, ਇਹਨਾਂ ਨੇ ਬੇਅਦਬੀ ਕਰਵਾਈ ਹੈ, ਇਹਨਾਂ ਨੇ ਸਿੱਖਾਂ ਤੇ ਗੋਲੀ ਚਲਵਾਈ ਹੈ, ਤਾਂ ਫਿਰ ਇੱਕ ਵੀ ਅਕਾਲੀ ਲੀਡਰ ਨੂੰ ਫੜ ਕੇ ਜੇਲ੍ਹ ਵਿੱਚ ਅਜੇ ਤੱਕ ਕਿਉਂ ਨਹੀਂ ਸੁੱਟਿਆ ਗਿਆ ਹੈ। ਨਸ਼ੇ ਨੂੰ ਲੈ ਕੇ ਵੀ ਰਵਨੀਤ ਸਿੰਘ ਬਿੱਟੂ ਨੇ ਮੁੱਦਾ ਚੁੱਕ ਦਿੱਤਾ ਹੈ। ਜਿਹੜੀਆਂ ਬੱਸਾਂ ਚੱਲਦੀਆਂ ਨੇ ਬਾਦਲਾਂ ਦੀਆਂ ਕਹਿੰਦੇ ਨੇ ਉਹ ਵੀ ਅਜੇ ਤੱਕ ਉਦਾਂ ਹੀ ਚੱਲੀ ਜਾਂਦੀਆਂ ਨੇ, ਕੋਈ ਉਹਨਾਂ ਦੇ ਕੋਲ ਪਰਮਿਟ ਨਹੀਂ ਹੈ। ਸਾਡੀ ਸਰਕਾਰ ਇਹਨਾਂ ਸਾਰੀਆਂ ਗੱਲਾਂ ਤੇ ਕਾਰਵਾਈ ਕਿਉਂ ਨਹੀਂ ਕਰਦੀ ਹੈ। ਰਵਨੀਤ ਬਿੱਟੂ ਦਾ ਦਾਅਵਾ ਹੈ ਕਿ ਲੋਕਾਂ ਦੇ ਵੱਲੋਂ ਸਾਡੀ ਸਰਕਾਰ ਤੇ ਇਹ ਕਹਿ ਕੇ ਸਵਾਲ ਚੁੱਕੇ ਜਾਣ ਲੱਗ ਪਏ ਨੇ ਕਿ ਕੈਪਟਨ ਅਤੇ ਬਾਦਲ, ਕਾਂਗਰਸ ਅਤੇ ਅਕਾਲੀ ਦਲ ਆਪਸ ਵਿੱਚ ਮਿਲੇ ਹੋਏ ਨੇ, ਸਾਨੂੰ ਕੀ ਲੋੜ ਹੈ ਕਿ ਇਹ ਗੱਲਾਂ ਲੋਕਾਂ ਦੀਆਂ ਸੁਣੀਏ, ਆਖਰ ਸਾਡੀ ਮਜਬੂਰੀ ਕੀ ਹੈ। ਉਹਨਾਂ ਨੇ ਸਾਰੀਆਂ ਰਿਪੋਰਟਾਂ ਜਨਤਕ ਕਰਨ ਦੀ ਮੰਗ ਵੀ ਕਰ ਦਿੱਤੀ ਹੈ। ਕਹਿੰਦੇ ਨੇ ਕਿ ਕੀ ਮਜਬੂਰੀ ਹੈ ਕਿ ਆਪਾਂ ਰਿਪੋਰਟਾਂ ਨੂੰ ਜਨਤਕ ਨਹੀਂ ਕਰਦੇ, ਕਿਸ ਲੀਡਰ ਦਾ ਨਾਂ ਆਪਾਂ ਲਕਾਉਣਾ ਚਾਹੁੰਦੇ ਆ, ਸਾਨੂੰ ਲੋੜ ਹੀ ਕੀ ਹੈ। ਸਾਰੀਆਂ ਰਿਪੋਰਟਾਂ ਜਨਤਕ ਕਰਨੀਆਂ ਚਾਹੀਦੀਆਂ ਨੇ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਆਖਰ ਉਹਨਾਂ ਰਿਪੋਰਟਾਂ ਦੇ ਵਿੱਚ ਸੱਚਾਈ ਕੀ ਸਾਹਮਣੇ ਆਈ ਹੈ। ਰਵਨੀਤ ਬਿੱਟੂ ਕਹਿੰਦੇ ਨੇ ਕਿ 6 ਮਹੀਨੇ ਦਾ ਸਮਾਂ ਹੀ ਬਾਕੀ ਰਹਿ ਗਿਆ ਹੈ, ਜੇਕਰ ਆਪਾਂ ਆਪਣੇ ਵਾਅਦੇ ਪੂਰੇ ਨਾ ਕੀਤੇ ਤਾਂ ਪਿੰਡਾਂ ਦੇ ਵਿੱਚ ਕਿਵੇਂ ਜਾਵਾਂਗੇ। ਆਪਣੇ ਲੀਡਰ ਹੁਣ ਚੈਨਲਾਂ ਤੇ ਡਿਬੇਟਾਂ ਦੇ ਵਿੱਚ ਬਹਿਸਾਂ ਦੇ ਵਿੱਚ ਬੈਠਦੇ ਨੇ, ਉੱਥੇ ਉਹਨਾਂ ਨੂੰ ਜਵਾਬ ਦੇਣਾ ਔਖਾ ਹੋ ਜਾਂਦਾ ਹੈ। ਜਵਾਬ ਦੇਣ ਵੀ ਕਿਵੇਂ, ਸਾਡੀ ਸਰਕਾਰ ਉਹ ਕੁਝ ਕਰ ਹੀ ਨਹੀਂ ਰਹੀ ਹੈ ਜਿਹੜਾ ਕਿ ਲੋਕ ਚਾਹੁੰਦੇ ਨੇ। ਜੋ ਕੁਝ ਅਸੀਂ ਪਹਿਲਾਂ ਕਿਹਾ ਸੀ ਉਹ ਕੁਝ ਕੀਤਾ ਹੀ ਨਹੀਂ ਹੈ, ਤਾਂ ਫਿਰ ਜਵਾਬ ਕਿਵੇਂ ਦੇਾਂਗੇ। ਇਹ ਵੱਡੀ ਗੱਲ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਕਹਿ ਦਿੱਤੀ ਗਈ ਹੈ। ਨਾਲ ਦੀ ਨਾਲ ਨਵਜੋਤ ਸਿੰਘ ਸਿੱਧੂ ਤੇ ਵੀ ਉਹਨਾਂ ਨੇ ਹੱਲਾ ਬੋਲਿਆ ਹੈ। ਕਹਿੰਦੇ ਨੇ ਕਿ ਸਿੱਧੂ ਵਰਗੇ ਵੀ ਬੁਰਜਵਾਰ ਸਿੰਘ ਵਾਲਾ ਜਾ ਕੇ ਸਾਡੀ ਸਰਕਾਰ ਤੇ ਸਵਾਲ ਚੁੱਕਦੇ ਨੇ, ਅਸੀਂ ਕਿਸੇ ਦੇ ਸਵਾਲਾਂ ਦਾ ਸਾਹਮਣਾ ਕਿਉਂ ਕਰੀਏ, ਸਾਡੀ ਸਰਕਾਰ ਹੈ, ਅਸੀਂ ਬਹੁਤ ਕੁਝ ਕਰ ਸਕਦੇ ਹਾਂ। ਜਦੋਂ ਸਾਨੂੰ ਪਤਾ ਹੀ ਹੈ ਕਿ ਕਰਵਾਇਆ ਸਾਰਾ ਕੁਝ ਬਾਦਲਾਂ ਨੇ ਹੈ, ਤਾਂ ਫਿਰ ਅਸੀਂ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਕਰ ਰਹੇ ਹਾਂ। ਰਵਨੀਤ ਬਿੱਟੂ ਨੇ ਅੱਕ ਕੇ ਆਪਣੀ ਵੀਡੀਓ ਦੇ ਵਿੱਚ ਅੰਤ ਦੇ ਵਿੱਚ ਇਹੀ ਕਹਿ ਦਿੱਤਾ ਕਿ ਜੇਕਰ ਆਪਣੀ ਸਰਕਾਰ ਨੇ ਬਾਦਲਾਂ ਤੇ ਕੋਈ ਵੀ ਕਾਰਵਾਈ ਨਹੀਂ ਕਰਨੀ ਹੈ ਤਾਂ ਘੱਟੋ ਘੱਟ ਫਿਰ ਸਾਨੂੰ ਇਦਾਂ ਕਹਿ ਦੇਣਾ ਚਾਹੀਦਾ ਹੈ ਕਿ ਬਾਦਲ ਦੋਸ਼ੀ ਨਹੀਂ, ਉਹ ਬਿਲਕੁਲ ਪਾਕ ਸਾਫ਼ ਨੇ। ਜੋ ਕੁਝ ਵੀ ਅਸੀਂ ਕਿਹਾ ਸੀ ਉਹ ਸਭ ਕੁਝ ਝੂਠ ਸੀ। ਜਾਂਚਾਂ ਦੇ ਵਿੱਚ ਸਾਬਤ ਹੋ ਗਿਆ ਹੈ ਕਿ ਬਾਦਲ ਬਿਲਕੁਲ ਠੀਕ ਨੇ। ਜਾਂ ਤਾਂ ਉਹਨਾਂ ਤੇ ਕਾਰਵਾਈ ਕਰੋ ਕੈਪਟਨ ਸਾਹਿਬ, ਜਾਂ ਫਿਰ ਉਹਨਾਂ ਨੂੰ ਬਰੀ ਕਰ ਦਿਓ। ਇੱਕ ਪਾਸਾ ਤਾਂ ਕਰਨਾ ਹੀ ਚਾਹੀਦਾ ਹੈ। ਇਹ ਵੱਡੀ ਮੰਗ ਰਵਨੀਤ ਬਿੱਟੂ ਦੇ ਵੱਲੋਂ ਕਰ ਦਿੱਤੀ ਗਈ ਹੈ। ਬਿੱਟੂ ਦਾ ਤਾਂ ਇਹ ਵੀ ਕਹਿਣਾ ਹੈ ਕਿ ਜੇਕਰ ਸਾਡੀ ਸਰਕਾਰ ਨੇ ਉਹ ਕੁਝ ਨਾ ਕੀਤਾ ਜੋ ਕੁਝ ਲੋਕ ਚਾਹੁੰਦੇ ਨੇ ਅਤੇ ਜੋ ਕੁਝ ਆਪਾਂ ਵੋਟਾਂ ਤੋਂ ਪਹਿਲਾਂ ਕਿਹਾ ਸੀ, ਤਾਂ ਕੋਈ ਹੋਰ ਪਾਰਟੀ ਆ ਕੇ ਬਾਹਰੋਂ ਕੋਈ ਹੋਰ ਪਾਰਟੀ ਆ ਕੇ ਪੰਜਾਬ ਦੀ ਸੱਤਾ ਤੇ ਕਾਬਜ਼ ਹੋ ਸਕਦੀ ਹੈ, ਕਿਉਂਕਿ ਲੋਕ ਬਾਦਲਾਂ ਤੋਂ ਅੱਕੇ ਹੋਏ ਨੇ। ਸਾਡਾ ਵੀ ਲੋਕ ਬਾਦਲਾਂ ਦੇ ਨਾਲ ਨਾਮ ਜੋੜ ਦੇਣਗੇ ਤਾਂ ਫਿਰ ਲੋਕਾਂ ਦੇ ਕੋਲ ਕੋਈ ਹੋਰ ਬਦਲ ਨਹੀਂ ਬਚੇਗਾ। ਉਹ ਨਾ ਚਾਹੁੰਦੇ ਹੋਏ ਵੀ ਕਿਸੇ ਬਾਹਰੋਂ ਆਈ ਪਾਰਟੀ ਨੂੰ ਸੱਤਾ ਤੇ ਬਿਠਾ ਦੇਣਗੇ। ਇਸ ਕਰਕੇ ਛੇਤੀ ਤੋਂ ਛੇਤੀ ਹੁਣ ਇਹਨਾਂ 6 ਮਹੀਨਿਆਂ ਦੇ ਵਿੱਚ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਵੱਡਾ ਐਕਸ਼ਨ ਲੈਣਾ ਚਾਹੀਦਾ ਹੈ ਅਤੇ ਬਾਦਲਾਂ ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਹੁਣ ਕਾਂਗਰਸ ਪਾਰਟੀ ਦੇ ਲੀਡਰ ਕੈਪਟਨ ਅਮਰਿੰਦਰ ਸਿੰਘ ਨੂੰ ਵੀਡੀਓਜ਼ ਜਾਰੀ ਕਰ ਕਰਕੇ ਸਿੱਧੇ ਤੌਰ ਤੇ ਕਹਿਣ ਲੱਗ ਪਏ ਨੇ ਕਿ ਜਾਂ ਤਾਂ ਕੁਝ ਕਰੋ ਜਾਂ ਫਿਰ ਬਾਦਲਾਂ ਨੂੰ ਬਰੀ ਹੀ ਕਰ ਦਿਓ। ਇਸ ਤਰ੍ਹਾਂ ਇਹ ਮੁੱਦਾ ਬੇਅਦਬੀ ਕਾਂਡ ਵਾਲਾ, ਗੋਲੀ ਕਾਂਡ ਵਾਲਾ ਮੁੱਦਾ ਕੈਪਟਨ ਸਰਕਾਰ ਤੇ ਭਾਰੂ ਪੈਂਦਾ ਦਿਖਾਈ ਦਿੰਦਾ ਏ। ਇਹ ਤਾਂ ਕੋਟਕਪੁਰਾ ਗੋਲੀ ਕਾਂਡ ਵਾਲੀ ਜਿਹੜੀ ਜਾਂਚ ਹੈ ਉਸ ਨੂੰ ਰੱਦ ਕੀਤਾ ਗਿਆ ਹਾਈ ਕੋਰਟ ਦੇ ਵੱਲੋਂ। ਅਜੇ ਤਾਂ 20 ਅਪ੍ਰੈਲ ਨੂੰ ਬਹਿਬਲ ਕਲਾਂ ਗੋਲੀ ਕਾਂਡ ਦੀ ਰਿਪੋਰਟ ਤੇ ਵੀ ਸੁਣਵਾਈ ਹੋਣੀ ਹੈ। ਉਸ ਦੇ ਵਿੱਚ ਵੀ ਅੱਧੀ ਦਰਜਨ ਦੇ ਕਰੀਬ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਹੈ ਕਿ ਇਸ ਜਾਂਚ ਨੂੰ ਵੀ ਰੱਦ ਕੀਤਾ ਜਾਣਾ ਚਾਹੀਦਾ ਹੈ। ਹੁਣ 20 ਅਪ੍ਰੈਲ ਨੂੰ ਪਤਾ ਲੱਗਣਾ ਹੈ ਕਿ ਕੀ ਬਹਿਬਲ ਕਲਾਂ ਗੋਲੀ ਕਾਂਡ ਵਾਲੀ ਰਿਪੋਰਟ ਵੀ ਰੱਦ ਹੁੰਦੀ ਹੈ ਜਾਂ ਫਿਰ ਨਹੀਂ। ਜੇਕਰ ਉਹ ਵੀ ਰਿਪੋਰਟ ਰੱਦ ਹੋ ਗਈ ਤਾਂ ਕੈਪਟਨ ਸਰਕਾਰ ਦਾ ਪੰਜਾਬ ਦੇ ਵਿੱਚ ਪੱਠਾ ਪੱਕੇ ਤੌਰ ਤੇ ਬੈਠੇਗਾ। ਸਿਆਸੀ ਮਾਹਿਰਾਂ ਦਾ ਇਹ ਮੰਨਣਾ ਹੈ। ਇੱਕ ਸਵਾਲ ਤੁਹਾਡੇ ਕੋਲੋਂ ਪੁੱਛ ਲੈਣਾ ਚਾਹੁੰਦੇ ਆ ਕਿ ਜਦੋਂ ਹੁਣ ਕਾਂਗਰਸ ਪਾਰਟੀ ਦੇ ਨੁਮਾਇੰਦੇ ਹੀ ਕੈਪਟਨ ਅਮਰਿੰਦਰ ਸਿੰਘ ਤੇ ਸਵਾਲ ਚੁੱਕਣ ਲੱਗ ਪਏ ਨੇ, ਤਾਂ ਕੀ ਤੁਹਾਨੂੰ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਆਪਣੇ ਵਾਅਦੇ ਪੂਰੇ ਕਰਨਗੇ ਅਤੇ ਬੇਅਦਬੀ ਕਾਂਡ ਗੋਲੀ ਕਾਂਡ ਦੇ ਵਿੱਚ ਦੋਸ਼ੀਆਂ ਨੂੰ ਸਜ਼ਾ ਮਿਲੇਗੀ? ਕੋਈ ਉਮੀਦ ਜਾਪਦੀ ਹੈ?
ਜੋ ਵੀ ਤੁਹਾਡੀ ਰਾਏ ਹੈ ਕਮੈਂਟ ਕਰਕੇ ਆਪਣੀ ਰਾਏ ਖੁੱਲ੍ਹ ਕੇ ਬੇਬਾਕ ਹੋ ਕੇ ਜ਼ਰੂਰ ਦਿਓ। ਆਖਰ ਆਪਣੀ ਪੂਰੀ ਵੀਡੀਓ ਦੇ ਵਿੱਚ ਰਵਨੀਤ ਸਿੰਘ ਬਿੱਟੂ ਨੇ ਕਿਹਾ ਕੀ ਕੁਝ ਹੈ, ਤੁਸੀਂ ਦੇਖੋ ਉਹ ਵੀਡੀਓ। ਮੈਨੂੰ ਦਿਓ ਇਜਾਜ਼ਤ, ਧੰਨਵਾਦ। ਲੋਕ ਬੜੀ ਆਸ ਨਾਲ ਆਪਣੇ ਵੱਲ ਦੇਖ ਰਹੇ ਨੇ ਵੀ ਆਪਾਂ ਜਸਟਿਸ ਦਈਏ, ਨਹੀਂ ਫਿਰ ਬਾਹਰਲੇ ਲੋਕ ਹੋਰ ਆ ਜਾਣਗੇ ਇੱਥੇ। ਕੋਈ ਇਹੋ ਜਿਹੇ ਲੋਕ ਜਿਨ੍ਹਾਂ ਤੇ ਵਿਸ਼ਵਾਸ ਨਹੀਂ ਕਰ ਸਕਦੇ, ਕਰਨਾ ਚਾਹੁੰਦੇ, ਪਰ ਲੋਕ ਕਰ ਲੈਣਗੇ, ਫਿਰ ਕੀ ਕਰਾਂਗੇ ਹੋਰ। ਇਸ ਕਰਕੇ ਬਹੁਤ ਮੌਕਾ ਹੈ ਸਾਡੇ ਕੋਲ। ਆਪਾਂ ਦੇਖੋ, ਆਪਾਂ ਜੇ ਇਕੱਲਾ ਕਹਿ ਦਈਏ ਵੀ ਕੋਰਟ ਹੀ ਸਭ ਕੁਝ ਆ, ਕੋਰਟ 4 ਪਿੱਲਰ ਨੇ ਨਾ। ਆਪਣੀ ਜਿਹੜੀ ਇੱਕ ਸਰਕਾਰ ਆ, ਗਵਰਨਮੈਂਟ ਆ ਜਿਹੜੀ, ਉਹ ਵੀ ਤਾਂ ਇੱਕ ਪਿੱਲਰ ਆ। ਆਪਾਂ ਕੱਲਾ ਕੋਰਟਸ ਤੇ ਛੱਡ ਕੇ ਕਿਵੇਂ ਕੰਮ ਚੱਲ ਸਕਦਾ? ਠੀਕ ਆ, ਉਹ ਵੀ ਨੇ, ਉਹ ਚ ਜਾਣ ਦਾ ਸਭ ਦਾ, ਇਹ ਚਲੇ ਜਾਣ ਫਿਰ। ਪਰ ਇੱਕ ਵਾਰੀ ਆਪਾਂ ਜਿਹੜੇ ਇਹ ਰਿਪੋਰਟਸ ਨੇ, ਪਹਿਲੀ ਗੱਲ ਤਾਂ ਮੈਂ ਹੈਰਾਨ ਆ, ਕੋਈ ਵੀ ਰਿਪੋਰਟ ਆਉਂਦੀ ਉਹ ਜਨਤਕ ਨਹੀਂ ਹੁੰਦੀ। ਕਿਉਂ ਨਹੀਂ ਜਨਤਕ ਹੁੰਦੀ? ਕੀ ਇਹੋ ਜਿਹਾ ਰਿਪੋਰਟਾਂ ਚ ਜਿਹੜਾ ਉਹ ਲੋਕਾਂ ਦੇ ਸਾਹਮਣੇ ਨਹੀਂ ਆਉਂਦੀਆਂ? ਸਜ਼ਾਵਾਂ ਤਾਂ ਗੱਲ ਚਲੋ ਛੱਡੋ, ਰਿਪੋਰਟ ਹੀ ਕੋਈ ਨਹੀਂ ਆਉਂਦੀ ਨਾ। ਹਰਪ੍ਰੀਤ ਸੰਧੂ ਵਾਲੀ ਉਦੋਂ ਰੌਲਾ ਪੈ ਸਿੱਧੂ ਵਾਲੀ, ਉਹ ਨਹੀਂ ਪਤਾ ਲੱਗ ਰਿਹਾ। ਜਿਹੜੀ ਡਰੱਗਸ ਦੀ ਸੀ ਵੀ ਕਿੱਥੇ ਆ, ਕਿੱਥੇ ਨਹੀਂ ਪਈ, ਕਿਉਂ ਨਹੀਂ। ਆਪਾਂ ਨੂੰ ਕੀ ਆ ਜੀ, ਹਰੇਕ ਨੂੰ ਜਨਤਕ ਕਰੋ ਰਿਪੋਰਟ ਨੂੰ ਵੀ ਇਹਨਾਂ ਦੇ ਵਿੱਚ ਕਿਹੜੇ ਬੰਦੇ ਨੇ। ਫਿਰ ਇਹ ਆਈ ਜਾਂਦੀਆਂ, ਇਹ ਜਨਤਕ ਨਹੀਂ ਹੋ ਰਹੀ ਆ ਕੋਈ। ਮੈਂ ਤਾਂ ਕਹਿੰਦਾ ਇਹ ਦੇਖਦੇ ਆ ਕੋਈ ਇਹ ਤੇ ਕੋਈ ਕੋਰਟ 'ਚ ਜਾਇਆ ਜਾਵੇ, PIL ਪਾਈ ਜਾਵੇ ਵੀ ਭਾਈ ਇਹ ਰਿਪੋਰਟਾਂ ਦਾ ਜਨਤਕ ਕਰੋ, ਜਾਂ ਕੋਈ ਜੇ ਕੋਰਟ ਰੋਕ ਰਿਹਾ ਇਹਨੂੰ ਕਿਉਂ ਰੋਕ ਰਿਹਾ, ਇਹ ਸਮਝ ਤੋਂ ਬਾਹਰ। ਤੇ ਇਸ ਕਰਕੇ ਮੇਰੀ ਦੁਬਾਰਾ ਕੈਪਟਨ ਸਾਹਿਬ ਇਹ ਬਹੁਤ ਵੱਡੀ ਬੇਨਤੀ ਆ। ਦੇਖੋ, ਅੱਜ ਮੈਂ ਬਹੁਤ ਗੱਲਾਂ ਸੁਣ ਰਿਹਾ ਸੀ, ਅਲੱਗ-ਅਲੱਗ ਜਗ੍ਹਾ ਸੁਣ ਰਿਹਾ ਸੀ, ਤੇ ਇਹ 4.5 ਸਾਲ ਜਿਵੇਂ ਮੈਂ ਕਿਹਾ ਵੀ ਆਪਾਂ ਨੂੰ ਤਕਰੀਬਨ ਹੋ ਗਏ ਆ। ਵਿਧਾਨ ਸਭਾ 'ਚ ਆਪਾਂ ਮਤਾ ਪਾਇਆ, ਵਿਧਾਨ ਸਭਾ ਦੇ ਵਿੱਚ ਇਹ ਸਾਰੀਆਂ ਪਾਰਟੀਆਂ ਨੇ, ਉਦੋਂ ਫੂਲਕਾ ਸਾਹਿਬ ਆਪੋਜੀਸ਼ਨ ਲੀਡਰ ਸੀ, ਤੇ ਉਦੋਂ ਰੈਜ਼ੋਲੂਸ਼ਨ ਆਪਾਂ ਲੈ ਕੇ ਆਏ, ਸਭ ਇਕੱਠੇ ਹੋ ਕੇ ਇਸ ਗੱਲ ਨੂੰ ਸਭ ਨੇ ਕਿਹਾ। ਪਰ ਅੱਜ ਤੱਕ ਦੇਰੀ ਮੈਂ ਸਮਝਦਾ ਕੋਈ ਕੋਰਟ ਵੱਲੋਂ ਹੋ ਸਕਦੀ ਹੈ, ਪਰ ਆਪਾਂ ਇੱਕ ਐਜ਼ ਏ ਗਵਰਨਮੈਂਟ ਜਿਹੜੀ ਆਪਣੀ ਡਿਊਟੀ ਆ, ਜਿਹੜਾ ਆਪਾਂ ਮੈਨੀਫੈਸਟੋ ਲਿਖਿਆ ਸੀ, ਆਪਾਂ ਇਹ ਗੱਲਾਂ ਕਹੀਆਂ ਸੀ, ਉਹ ਲੋਕਾਂ ਦੇ ਮੂਹਰੇ ਲੈ ਕੇ ਆਈਏ। ਆਪਾਂ ਮੱਲੋ ਮੱਲੀ ਕਿਉਂ ਆਪਣੇ ਆਪ ਨੂੰ, ਮੈਂ ਅੱਜ ਬੜੇ ਚੈਨਲਾਂ ਤੇ ਦੇਖਿਆ, ਬੜੇ ਜਿਹੜੇ ਡਿਬੇਟ ਕਰ ਰਹੇ ਸੀ ਸੀਨੀਅਰ ਬੰਦੇ, ਉਹ ਦੋਸ਼ੀ ਸਾਨੂੰ ਬਣਾਈ ਜਾ ਰਹੇ ਆ ਜੀ, ਵਿੱਚ ਸਾਡੀ ਸਰਕਾਰ ਨੂੰ ਬਣਾਈ ਜਾਂਦੇ ਆ। ਆਪਾਂ ਲੈਣਾ ਕੀ ਹੈ ਇਹਨਾਂ ਤੋਂ? ਆਪਾਂ ਹਰ ਇੱਕ ਚੀਜ਼ ਜਿਹੜੀ ਸਾਹਮਣੇ ਰੱਖੀਏ। ਆਪਾਂ ਇਹਨਾਂ ਨੂੰ, ਜਿਹੜੇ ਦੋਸ਼ੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ, ਤਾਂ ਆਪਣੇ ਲਈ ਕਿਸੇ ਲਈ ਵੀ ਕੁਝ ਨਹੀਂਗਾ, ਇਹਨਾਂ ਨੂੰ ਟੰਗ ਕੇ ਰੱਖ ਦਈਏ। ਇਹ ਸਰਕਾਰ ਆ 2002 ਤੇ 7 ਵਾਲੀ ਸਰਕਾਰ ਲੋਕ ਚਾਹੁੰਦੇ ਨੇ, ਠੀਕ ਆ, ਬੜਾ ਫਰਕ ਪੈ ਜਾਂਦਾ ਹੈ। ਪਰ ਕੈਪਟਨ ਅਮਰਿੰਦਰ ਸਿੰਘ ਜੀ ਬਹੁਤ ਵੱਡੀਆਂ ਆਸਾਂ ਤੋਂ, ਕਿਸੇ AG ਨੂੰ ਕਹਿਣਾ, ਕਿਸੇ DG ਨੂੰ ਕਹਿਣਾ, ਕਿਸੇ ਅਫਸਰ ਨੂੰ ਕਹਿਣਾ, ਉਹ ਸਾਰੀਆਂ ਚੀਫ ਮਿਨਿਸਟਰ ਤੋਂ ਉੱਤੇ ਕੁਝ ਨਹੀਂ ਹੁੰਦਾ, ਸਭ ਗੱਲਾਂ ਉਹਦੇ ਵਿੱਚ ਆ ਜਾਂਦੀਆਂ। ਬਹੁਤ ਵੱਡਾ ਮੈਂ ਸਮਝਦਾ ਇੱਕ ਰਿਐਕਸ਼ਨ ਆ ਜਿਹੜੀ ਇਹ ਗੱਲ ਹੋਈ ਆ ਪਿਛਲੇ ਦਿਨਾਂ 'ਚ। ਇਸ ਕਰਕੇ ਇਹ ਉਹ ਦੋਸ਼ੀ ਨੇ, ਇਹਨਾਂ ਨੂੰ, ਇਹ ਤਾਂ ਗੁਰੂ ਗ੍ਰੰਥ ਸਾਹਿਬ 328 ਗੁਰੂ ਗ੍ਰੰਥ ਸਾਹਿਬ ਨੇ ਜਿਹੜੇ ਇਹਨਾਂ ਦੇ ਵੇਲੇ ਅੱਜ ਤੱਕ ਪਤਾ ਨਹੀਂ ਲੱਗ ਰਿਹਾ। ਇਹ ਤਾਂ ਇਹ ਦੋਸ਼ੀ ਨੇ, ਤੇ ਇਹ ਬਾਹਰ ਫਿਰਨ ਮੌਜ ਦੇ ਨਾਲ ਜੀ, ਹਰ ਚੀਜ਼ ਇਹਨਾਂ ਦਾ ਕੰਡੇ ਬੀਜੇ ਹੋਏ ਨੇ। ਤੇ ਇਸ ਕਰਕੇ ਤੁਸੀਂ ਬਹੁਤ ਇੱਕ ਵੱਡਾ ਪਰਿਵਾਰ ਹੋ, ਜਿੱਤੇ ਸਦੀਆਂ ਭਰ ਮੈਂ ਸਮਝਦਾ ਲੋਕਾਂ ਨੇ ਯਕੀਨ ਕੀਤਾ ਹੈ, ਤੇ ਪ੍ਰਮਾਤਮਾ ਦੇ ਵੀ ਤੁਹਾਡੇ ਘਰੇ ਤਾਂ ਬਹੁਤ ਵੱਡੀ ਕਿਰਪਾ ਹੈ। ਤੁਸੀਂ ਗੁਰੂ ਨੂੰ ਮੰਨਣ ਵਾਲੇ ਹੋ। ਅਸੀਂ ਤਾਂ ਹਮੇਸ਼ਾ ਇਸ ਗੱਲ ਨੂੰ ਕੋਈ ਨਾ ਲਏ, ਮੈਂ ਅੰਦਰੋਂ ਇਹ ਕੋਈ ਪਾੜ ਕੇ ਦਿਖਾ ਨਹੀਂ ਸਕਦਾ ਵੀ ਜਿੰਨਾ ਹਮੇਸ਼ਾ ਮੈਂ ਸਮਝਦਾ ਕੈਪਟਨ ਸਾਹਿਬ ਨੇ ਸਾਡਾ ਕੀਤਾ ਹੈ, ਜਾਂ ਕਾਂਗਰਸ ਦਾ ਕੀਤਾ ਹੈ, ਜਾਂ ਲੋਕਾਂ ਦਾ ਕੀਤਾ ਹੈ। ਕਿਹੜੀ ਸਕੀਮ ਆ ਜਿਹੜੀ ਲੋਕਾਂ ਦੇ ਹੱਕ ਕਿੱਥੇ, ਚਾਹੇ ਉਹ ਗਰੀਬ ਆ, ਚਾਹੇ ਬੱਸਾਂ ਦੀ ਆ ਗੱਲ ਕਰੀਏ ਫ੍ਰੀ, ਚਾਹੇ 50,000 ਤੱਕ ਮੈਂ ਸਮਝਦਾ ਸ਼ਗਨ ਸਕੀਮ, ਉਹ ਹਰ ਚੀਜ਼ ਮੈਂ ਸਮਝਦਾ ਕੀਤੀ ਆ। ਪਰ ਹਰ ਚੀਜ਼ ਦੇ ਉੱਤੇ ਜਦੋਂ ਧਰਮ ਦੀ ਗੱਲ ਆ ਜਾਂਦੀ ਹੈ, ਫਿਰ ਸਾਰੀਆਂ ਚੀਜ਼ਾਂ ਪਿੱਛੇ ਰਹਿ ਜਾਂਦੀਆਂ। ਲੋਕਾਂ ਦੇ ਸੈਂਟੀਮੈਂਟ ਤੋਂ ਉੱਤੇ ਕੁਝ ਨਹੀਂਗਾ, ਸਭ ਚੀਜ਼ਾਂ ਪਿੱਛੇ ਰਹਿ ਜਾਂਦੀਆਂ ਜਦੋਂ ਸੈਂਟੀਮੈਂਟ ਆ ਜਾਂਦਾ। ਜਦੋਂ ਧਰਮ ਦੀ ਗੱਲ, ਧਰਮ ਤੇ ਲੋਕਾਂ ਨੂੰ ਕੋਈ ਚੀਜ਼ ਹੋਰ ਨਹੀਂ ਚਾਹੀਦੀ। ਲੋਕੀ ਮੈਂ ਸਮਝਦਾ ਅੰਨ ਨੂੰ ਵੀ ਪਿੱਛੇ ਸਮਝਦੇ ਆ, ਪਹਿਲਾਂ ਗੁਰੂ ਦੀ ਗੱਲ ਆ। ਤੇ ਇਸ ਕਰਕੇ ਇਹ ਆਪਾਂ ਬਹੁਤ ਫੈਸਲਾ ਤਕੜੇ ਹੋ ਕੇ ਕੈਪਟਨ ਸਾਹਿਬ, ਚਾਹੇ ਆ 6 ਮਹੀਨੇ ਬਾਕੀ ਸਾਰੇ ਕੰਮ ਛੱਡ ਕੇ, ਮੈਂ ਸਮਝਦਾ ਇਸ ਤੇ ਇੱਕ ਮਿੰਟ ਆ ਜਿਹੜਾ ਉਹ ਇਹਦੀ ਸਚਾਈ ਤੇ ਲਾਈਏ। ਸਚਾਈ ਸਭ ਨੂੰ ਪਤਾ ਵੀ ਬਾਦਲ ਨੇ, ਸਭ ਨੂੰ ਪਤਾ। ਲੋਕ, ਮੈਂ ਤੁਹਾਨੂੰ ਜਿਵੇਂ ਬਾਰ-ਬਾਰ ਕਿਹਾ ਵੀ ਲੋਕ ਇਹ ਫੈਸਲਾ ਕਰ ਚੁੱਕੇ ਆ। ਉਹ ਅਦਾਲਤ ਠੀਕ ਆ, ਜਿਹੜੀ ਸੁਪਰੀਮ ਕੋਰਟ, ਹਾਈ ਕੋਰਟ ਆ, ਜਾਂ ਉਹ ਕਦ ਫੈਸਲਾ ਕਰਨਾ ਉਹਨਾਂ ਨੇ, ਪਰ ਤੁਸੀਂ ਆਪਣੇ ਵੱਲੋਂ ਸਾਫ਼ ਇਹਨਾਂ ਤੇ ਇਸ ਗੱਲ ਤੇ ਪਰਚੇ ਦਰਜ ਕਰਕੇ, ਲੋਕ ਦੇਖਣਾ ਚਾਹੁੰਦੇ ਆ, ਲੋਕ ਇਹ ਥੋਤੋਂ ਆਸ ਰੱਖਦੇ ਆ, ਇਹ ਕਿਵੇਂ, ਕਦ, ਇਹ ਕੁਐਸਚਨ ਤੁਸੀਂ ਇਹ ਆਪ ਦੇਖਣਾ ਹੈ। ਪਰ ਇਹ
ਚੀਜ਼ ਤੋਂ ਬਗੈਰ ਨਿਕਲ ਨਹੀਂ ਹੋਣਾ ਆਪਾਂ ਤੋਂ। ਲੋਕ ਆਪਾਂ ਨੂੰ ਇਹਨਾਂ ਦੇ ਨਾਲ ਬਰਾਬਰ ਨਹੀਂ, ਇਹਨਾਂ ਦੇ ਨਾਲ ਦੋਸ਼ੀ ਆਪਾਂ ਨੂੰ ਖੜਾ ਕਰਨਗੇ ਜੇ ਆਪਾਂ ਇਹ ਬੰਦਿਆਂ ਨੂੰ ਜੇਲ੍ਹਾਂ 'ਚ ਜਾਂ ਇਹਨਾਂ ਦੇ ਅਸਲੀ ਮਕਾਮ ਆ ਜਿੱਥੇ ਜੋ ਇਹਨਾਂ ਨੇ ਕੰਮ ਕੀਤਾ ਹੈ ਉੱਥੇ ਨਾ ਪਹੁੰਚਾਇਆ ਤੇ ਆਪਾਂ ਵੀ ਲੋਕ ਆਪਾਂ ਨੂੰ ਆਪਣਾ ਇਹਨਾਂ ਦੇ ਨਾਲ ਰਲੇ ਹੋਏ ਕਹਿਣਗੇ, ਜਿਹੜਾ ਕਿ ਅਸੀਂ ਲੋਕ ਜਾਂ ਕੋਈ ਵੀ ਤੁਸੀਂ ਵੀ ਆਪਾਂ ਕਦੇ ਵੀ ਇਹ ਨਹੀਂ ਚਾਹਾਂਗੇ ਵੀ ਇਹ ਗੁਰੂ ਦੇ ਦੋਖੀਆਂ ਨਾਲ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨਾਲ ਇਹ ਕੀਤਾ ਹੋਵੇ, ਉਹਨਾਂ ਨਾਲ ਆਪਾਂ ਕਿਤੇ ਆਪਣਾ ਨਾਂ ਆਉਣਾ ਤਾਂ ਜ਼ਰੂਰ ਦੀ ਗੱਲ ਆ, ਜੇ ਕਿਤੇ ਕੋਹਾਂ ਕਿਲੋਮੀਟਰ ਦੂਰ ਵੀ ਇਹਨਾਂ ਨਾਲ ਨਾਂ ਕਿਤੇ ਜੁੜੇ ਆਪਣਾ। ਇਹ ਐਸੇ ਲੋਕ ਨੇ ਜਿਨ੍ਹਾਂ ਨੇ ਗੁਰੂ ਨਾਲ ਇਹ ਕੀਤਾ, ਉਹ ਗੁਰੂ ਨੇ ਤਾਂ ਮਾਫ ਕਰਨਾ ਹੀ ਨਹੀਂ।